ਹੈਲੋ ਸਟੂਡੈਂਟ, ਮੈਂ ਦਿਲਬਾਗ ਸਿੰਘ, ਗੌਰਮੈਂਟ ITI ਮੇਹਰਚੰਦ ਜਲੰਧਰ। ਮੇਰਾ ਅੱਜ ਦਾ ਟੌਪਿਕ ਹੈ ਹੀਟ ਟਰੀਟਮੈਂਟ। ਹੀਟ ਟਰੀਟਮੈਂਟ ਕੀ ਹੈ? ਹੀਟ ਟਰੀਟਮੈਂਟ, the properties of steel depend upon its composition and structure। ਜਿਹੜੀ ਸਟੀਲ ਦੀ ਪ੍ਰੋਪਰਟੀਜ਼ ਹੈ, ਗੁਣ ਆ, ਉਹ ਨਿਰਭਰ ਕਰਦਾ ਆ ਕਿ ਇਸ ਦੀ ਕੰਪੋਜੀਸ਼ਨ ਕੀ ਹੈ ਅਤੇ ਇਸ ਦੀ ਸਟਰਕਚਰ ਯਾਨੀ ਕਿ ਇਹਦੀ ਬਣਤਰ ਕੀ ਹੈ। ਕਹਿਣ ਦਾ ਭਾਵ ਕਿ ਜੋ ਸਟੀਲ ਹੈ ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਕਾਰਬਨ ਦੀ ਮਾਤਰਾ ਕਿੰਨੀ ਆ, ਉਹਦੇ 'ਚ ਮੈਗਨੀਜ਼ ਦੀ ਕਿੰਨੀ ਆ ਮਾਤਰਾ, ਉਹਦੇ 'ਚ ਸਿਲੀਕੌਨ ਹੈ ਕਿੰਨਾ ਹੈ। ਇਹ ਸਾਰੀਆਂ ਚੀਜ਼ਾਂ 'ਤੇ ਡਿਪੈਂਡ ਕਰਦਾ ਆ ਅਤੇ ਉਹਦੀ ਸਟਰਕਚਰ ਕਿਹੋ ਜਿਹੀ ਆ। ਜਿਵੇਂ ਸਾਡਾ ਕੋਈ ਅਸੀਂ ਘਰ ਦੇ ਵਿੱਚ ਸਬਜ਼ੀ ਵਗੈਰਾ ਬਣਾਉਂਦੇ ਹਾਂ, ਉਹਦੇ ਵਿੱਚ ਕਿਹੜੀ ਚੀਜ਼ ਪਾਈ ਹੋਈ ਆ, ਉਸ ਚੀਜ਼ ਜਿਹੜੀ ਤੁਸੀਂ ਸਬਜ਼ੀ ਜਾਂ ਬਣਾਈ ਆ ਉਹਦਾ ਟੇਸਟ ਜੋ ਹੈ ਉਹਦਾ ਡਿਪੈਂਡ ਕਰਦਾ ਆ ਕਿ ਉਹਦੇ ਵਿੱਚ ਕਿੰਨੀ ਮਾਤਰਾ ਪਾਈ ਆ, ਉਹਦੇ 'ਤੇ ਡਿਪੈਂਡ ਕਰਦਾ। ਸੋ ਇਸੇ ਤਰੀਕੇ ਦੇ ਨਾਲ ਸਟੀਲ ਦੇ ਵਿੱਚ ਕੀ ਹੈ, ਕਿਹੜੇ ਤੱਤ ਆ, ਉਸੇ ਹਿਸਾਬ ਦੇ ਨਾਲ ਉਹਦੇ ਜਿਹੜੇ ਆ ਪ੍ਰੋਪਰਟੀ ਨਿਰਭਰ ਉਹਦੇ 'ਤੇ ਕਰਦੀਆਂ। ਦੂਸਰਾ ਉਹਦੀ ਸਟਰਕਚਰ, ਉਹਦੀ ਬਣਾਵਟ ਕਿਹੋ ਜਿਹੀ ਆ। ਸੋ ਜਿਵੇਂ ਅਸੀਂ ਜਿਹੜੀ ਆ ਉਹਦੀ ਸਟਰਕਚਰ ਵਾ ਉਹ ਅਸੀਂ ਚੇਂਜ ਕਰਕੇ ਜਾਂ ਉਹਨੂੰ ਪਹਿਲਾਂ ਤੋਂ ਜਿਹੜੀ ਉਹਦੀ ਸਟਰਕਚਰ ਬਣੀ ਹੋਈ ਆ ਉਹ ਕਿਹੋ ਜਿਹੀ ਬਣੀ ਹੋਈ ਆ, ਉਹਦੇ ਗੁਣ ਉਹਦੇ 'ਤੇ ਡਿਪੈਂਡ ਕਰਦੇ ਆ। The structure of steel can be changed by heating it to a particular temperature and then allowing it to a definite rate। ਹੁਣ ਇਹ ਜਿਹੜੀ ਸਟਰਕਚਰ ਵਾ ਉਹ ਅਸੀਂ ਚੇਂਜ ਕਰ ਸਕਦੇ ਹਾਂ। ਕਿਵੇਂ ਕਰ ਸਕਦੇ ਹਾਂ? ਉਸ ਨੂੰ ਇੱਕ ਖਾਸ ਟੈਂਪਰੇਚਰ ਦੇ ਕੇ, ਖਾਸ ਟੈਂਪਰੇਚਰ 'ਤੇ ਉਹਨੂੰ ਲਿਜਾ ਕੇ ਫਿਰ ਉਹਨੂੰ ਠੰਡਾ ਕਰਕੇ ਇੱਕ ਡੈਫੀਨੇਟ ਰੇਟ 'ਤੇ, ਇੱਕ ਖਾਸ ਰੇਟ 'ਤੇ ਜਿਹੜਾ ਉਹਨੂੰ ਠੰਡਾ ਕਰਕੇ ਅਸੀਂ ਉਹਦੀ ਅੰਦਰਲੀ ਸਟਰਕਚਰ ਜਿਹੜੀ ਆ, ਅੰਦਰੂਨੀ ਬਣਾਵਟ ਆ, ਉਹ ਅਸੀਂ ਬਦਲ ਸਕਦੇ ਹਾਂ ਔਰ ਜਿਹਦੇ ਨਾਲ ਉਹਦੇ ਜਿਹੜੇ ਅੰਦਰਲੇ ਗੁਣ ਆ ਉਹ ਚੇਂਜ ਹੋ ਜਾਂਦੇ। ਦਾ ਪ੍ਰੋਸੈਸ ਆਫ ਚੇਂਜਿੰਗ ਦਾ ਸਟਰਕਚਰ ਐਂਡ ਦੈਨ ਪ੍ਰੋਪਰਟੀਜ਼ ਆਫ ਸਟੀਲ ਬਾਈ ਹੀਟਿੰਗ ਐਂਡ ਕੂਲਿੰਗ ਇਜ਼ ਕਾਲਡ ਹੀਟ ਟਰੀਟਮੈਂਟ। ਸੋ ਇਹ ਸਟਰਕਚਰ ਨੂੰ ਚੇਂਜ ਕਰਨਾ, ਉਹਦੇ ਗੁਣਾਂ ਨੂੰ ਚੇਂਜ ਕਰਨਾ, ਹੀਟ ਦੇ ਦੁਆਰਾ ਹੀਟ ਦੇ ਕੇ, ਹੀਟ ਦੀ ਉਹਨੂੰ ਟਰੀਟਮੈਂਟ ਦੇ ਕੇ, ਹੀਟ ਉਪਚਾਰ ਕਰਕੇ ਉਹਨੂੰ ਗਰਮ ਕਰਨਾ ਅਤੇ ਠੰਡਾ ਕਰਨਾ, ਇਹਨੂੰ ਹੀ ਅਸੀਂ ਜਿਹੜੇ ਆ ਹੀਟ ਟਰੀਟਮੈਂਟ ਕਹਿੰਦੇ ਹਾਂ। ਭਾਵ ਕਿ ਗਰਮ ਅਤੇ ਠੰਡਾ ਕਰਕੇ ਉਸ ਦੇ ਗੁਣਾਂ ਨੂੰ ਚੇਂਜ ਕਰਨਾ, ਸਟੀਲ ਦੀਆਂ ਪ੍ਰੋਪਰਟੀਜ਼ ਨੂੰ ਚੇਂਜ ਕਰਨਾ, ਉਹਦੀ ਸਟਰਕਚਰ ਨੂੰ ਚੇਂਜ ਕਰਨਾ, ਇਹ ਜਿਹੜੇ ਹੈਗੀ ਆ ਹੀਟ ਟਰੀਟਮੈਂਟ ਕਹਾਉਂਦੀ ਆ। ਫਾਰ ਐਗਜ਼ਾਮਪਲ ਤੁਸੀਂ ਇੱਟਾਂ ਦੇਖਿਆ ਹੋਣਾ, ਭੱਠਿਆਂ ਦੇ ਉੱਪਰ ਇੱਟਾਂ ਪੱਥਦੇ ਆ, ਬਣਾਉਂਦੇ ਆ। ਪਹਿਲਾਂ ਉਹ ਕੱਚੀ ਮਿੱਟੀ ਦੀਆਂ ਇੱਟਾਂ ਜਿਹੜੀਆਂ ਹੈਗੀਆਂ ਉਹ ਬਣਦੀਆਂ। ਜਦੋਂ ਉਹ ਇੱਟਾਂ ਪੱਥ ਲੈਂਦੀਆਂ ਜਾਂਦੀਆਂ, ਬਣਾ ਲਈਆਂ ਜਾਂਦੀਆਂ ਕੱਚੀਆਂ, ਅਤੇ ਜੇ ਅਸੀਂ ਉਹਨੂੰ ਉਸੇ ਤਰ੍ਹਾਂ ਵਰਤੋਂ ਵਿੱਚ ਲਿਆਵਾਂਗੇ ਤਾਂ ਕੀ ਹੋਏਗਾ? ਉਹ ਪਾਣੀ ਦੇ ਨਾਲ ਖਰਾਬ ਹੋ ਜਾਣਗੀਆਂ, ਉਹ ਇੰਨੀਆਂ ਮਜ਼ਬੂਤ ਨਹੀਂ ਹੋਣਗੀਆਂ। ਪਰ ਜੇਕਰ ਉਹਨੂੰ ਅਸੀਂ ਹੀਟ ਦਾ ਦੇ ਦਈਏ, ਟਰੀਟਮੈਂਟ ਦੇ ਦਈਏ, ਹੀਟ ਟਰੀਟਮੈਂਟ ਕਰ ਦਈਏ, ਤਾਪ ਦਾ ਉਪਚਾਰ ਦੇ ਦਈਏ, ਤਾਂ ਫਿਰ ਕੀ ਹੋਏਗਾ? ਉਹਦੀ ਸਟਰਕਚਰ, ਉਹਦੇ ਗੁਣ ਜਿਹੜੇ ਉਹ ਬਦਲ ਜਾਣਗੇ। ਫਿਰ ਅਸੀਂ ਕੀ ਕਰਦੇ? ਉਸ ਕੱਚੀਆਂ ਇੱਟਾਂ ਨੂੰ ਭੱਠੇ ਦੇ ਵਿੱਚ ਪਾ ਕੇ, ਜਿਹਨੂੰ ਅਸੀਂ ਪਕਾਉਣਾ ਕਹਿ ਦਿੰਦੇ ਹਾਂ, ਅਸੀਂ ਪਕਾ ਲੈਂਦੇ ਹਾਂ। ਅਤੇ ਫਿਰ ਕੀ ਹੁੰਦਾ? ਉਹਦੇ ਨਾਲ ਕੀ ਹੁੰਦਾ? ਜਦੋਂ ਅਸੀਂ ਪਕਾਉਂਦੇ ਹਾਂ ਤਾਂ ਫਿਰ ਉਹ ਇੱਟਾਂ ਜਿਹੜੀਆਂ ਆ ਉਹ ਪੱਕ ਜਾਂਦੀਆਂ, ਉਹ ਟੁੱਟਦੀਆਂ ਨਹੀਂ ਜਲਦੀ, ਅਤੇ ਨਾ ਹੀ ਉਹ ਜਿਹੜੀਆਂ ਆ ਉਹ ਪਾਣੀ ਦੇ ਵਿੱਚ ਫਿਰ ਘੁਲਦੀਆਂ ਜਾਂਦੀਆਂ।
सो ये कहण तो भाव कि हीट के नाल, हीट के उपचार के नाल, हीट ट्रीटमेंट के नाल असीं उहदे गुणां दा चेंज कर दित्ती, उहदे गुणां दी जो सानूं जरूरत अनुसार सी असीं वो गुण लै आंदे। हुण अगला आ गया कि जिहड़ी असीं स्ट्रक्चर हैगी आ साडे किसी स्टील दी, वो किन्ने तरह की हुंदी आ। स्टील की स्ट्रक्चर जिहड़ी आ वो किन्ने तरह की आ। एक स्ट्रक्चर हैगी आ फेराइट, जिहड़ी तुसीं ये पिक्चर दे विच देखदे हो कि इहदे विच लिखिया गया आ थल्ले, अगर पिक्चर के थल्ले 0.0 लिखिया है, इहदा मतलब आ कि जे 0% कार्बन आ तां फिर ये जिहड़ी स्ट्रक्चर आ वो फेराइट होएगी। और ये जिहड़ी स्ट्रक्चर हुंदी आ ये काफ़ी नरम हुंदी आ, सॉफ्ट हुंदी ते डक्टाइल हुंदी आ, परंतु दूसरिਆਂ ਦੇ मुकाबले ये स्ट्रक्चर जिहड़ी आ कमज़ोर हुंदी आ, वीक हुंदी आ। सो पिग आयरन एंड स्टील विद 0% कार्बन इज ए फेराइट, इट इज़ सॉफ्ट एंड डक्टाइल बट कंपैरेटिवली वीक। प्रॉपर्टीज़ दे विच दस्सिया सी सॉफ्ट डक्टाइल प्रॉपर्टी, सॉफ्ट ਜਾਂ डक्टाइल जिहड़ी की प्रॉपर्टी आ वो तुहानूं उहदे बारे डिटेल च मैं गल कीती सीगी अपने लैक्चर दे विच। सो ये जिहड़ी फेराइट हैगी आ, फेराइट जिहड़ी आ स्ट्रक्चर वा 0% कार्बन दे नाल ये जिहड़ी आ सॉफ्ट हुंदी आ ते डक्टाइल हुंदी आ, पर दूसरिਆਂ ਦੇ मुकाबले ये जिहड़ी आ वीक हुंदी आ। अगली स्ट्रक्चर जिहड़ी हैगी आ सीमेंटाइट। ये स्ट्रक्चर जदों जिहड़ा साडा आयरन वा ते कार्बन वा वो एक कैमीकल कंपाउंड दे विच वध जांदे आ, कैमीकल कंपाउंड यानी कि वो वध जांदे आ आपस विच, कैमीकली जदों रिएक्शन करके वो आपस विच हो जांदे आ, तो फिर ये जिहड़ा नवां स्ट्रक्चर बनदा आ इहनूं असीं आयरन कार्बाइड दा सीमेंटीटेट कहने आ, सीमेंटाइट इस स्ट्रक्चर नूं कहने असीं। और ये बहुत हार्ड हुंदा आ ते ब्रिटल भी हुंदा, यानी कि भुरभुरा भी हुंदा, पर स्ट्रोंग नहीं हुंदा। ये हार्ड हुंदा, भुरभुरा हुंदा, पर स्ट्रोंग नहीं हुंदा। सो सीमेंटाइट जिहड़ी आ स्ट्रक्चर when carbon exists in steel as a chemical compound of iron and carbon, it is called iron carbide or cementite. This is very hard and brittle, but it is not strong. So ये ताक जिहड़ी आ बहुत हार्ड हुंदी आ, भुरभुरी हुंदी आ, पर यह स्ट्रोंग नहीं हुंदी जिहड़ी सीमेंटाइट स्ट्रक्चर हैगी आ। अगली स्ट्रक्चर जिहड़ी हैगी आ वो पीयरलाइट आ। पीयरलाइट तुसीं पिक्चर दे विच देखो 0.84% कार्बन, जदों कार्बन जिहड़ी आ 0.84% हो जाती आ तां इहनूं असीं स्टील नूं फिर पीयरलाइट स्टील कहने आ। ये स्ट्रक्चर जिहड़ी आ पीयरलाइट हो जाती आ और ये ज़्यादा स्ट्रोंग हुंदी आ फेराइट नालों जां सीमेंटाइट नालों। ये दोने जिहड़ियां पहलियां दो स्ट्रक्चरां दस्सियां उन्हां नालों ये जिहड़ी आ ज़्यादा मजबूत हुंदी आ। सो पीयरलाइट स्ट्रक्चर जिहड़ी आ ये 0.84% कार्बन, steel is known as pyrrolite steel. This is much stronger than ferrite or cementite. अगली जिहड़ी स्ट्रक्चर हैगी आ पीयरलाइट एंड सीमेंटाइट कंबाइंड हो गई है दोनों, मतलब पीयरलाइट एंड सीमेंटाइट। मोर दैन 0.84% कार्बन। हुण पहले च की सी 0.84